व्यक्ति वाला लॉ अबाइडिंग वाला एक भी FIR नहीं कभी 57 भी नहीं हुई और एकदम उसनों एडे वड्डे ड्रैकोनियन लॉ दे विच इंप्लीकेट कर देना ਉਹਦੀ ਸਾਰੀ ਜ਼ਿੰਦਗੀ ਹੀ ਨਹੀਂ ਖਰਾਬ ਉਹਦਾ ਪਰਿਵਾਰ ਤਬਾਹ ਹੋ ਜਾਊਗਾ। ਜਿੱਦਾਂ ਦੀ ਉਹਦੀ ਨਾਜ਼ੁਕ ਸਿਹਤ ਹੈ ਹੋ ਸਕਦਾ ਉਹ ਅੰਦਰ ਦਮ ਤੋੜ ਜਵੇ ਜੇਲ੍ਹ 'ਚ। ਇਹ ਸਾਰਾ ਕੁਝ ਪੰਜਾਬ ਦੀ ਸਰਕਾਰ ਔਰ ਪੰਜਾਬ ਪੁਲਿਸ ਇੱਕ ਦਹਿਸ਼ਤ ਦਾ ਮਾਹੌਲ ਬਣਾ ਰਹੀ ਹੈ ਪੰਜਾਬ ਦੇ ਵਿੱਚ। ਦੋਸਤੋ ਅੱਜ ਤੁਹਾਡੇ ਨਾਲ ਮੈਂ ਉਸੇ ਹੀ UAPA ਲਾਅ ਜਿਹੜਾ ਹੈ ਜਿਹੜਾ ਟਾਡਾ ਟਾਈਪ ਕਾਨੂੰਨ ਪੰਜਾਬ ਦੇ ਵਿੱਚ ਇਸ ਵਕਤ ਵਰਤਿਆ ਜਾ ਰਿਹਾ ਦੁਰਉਪਯੋਗ ਕੀਤਾ ਜਾ ਰਿਹਾ ਉਹਦੇ ਤੇ ਮੈਂ ਦੁਬਾਰਾ ਅੱਜ ਤੁਹਾਡੇ ਨਾਲ ਥੋੜੀ ਚਰਚਾ ਕਰਨੀ ਇੰਪੋਰਟੈਂਟ ਇਸ਼ੂ ਆ। ਚਰਚਾ ਇਹ ਹੈ ਕਿ ਜਿਹੜੇ ਤਾਂ ਪਹਿਲਾਂ ਆਲਮੋਸਟ 16 FIRs ਦਰਜ ਕੀਤੀਆਂ ਜਿਹਦੇ 'ਚ ਇਹ ਯੂਆਪਾ ਲਾਅ ਜਿਸ ਨੂੰ ਕਹਿੰਦੇ ਨੇ ਇਹ ਉਹਨਾਂ ਲੋਕਾਂ ਦੇ ਉੱਤੇ ਲਾਇਆ ਗਿਆ ਔਰ ਬਹੁਤ ਸਾਰਿਆਂ ਨੂੰ ਉਹਦੇ 'ਚੋਂ ਅਰੈਸਟ ਕੀਤਾ ਗਿਆ। ਜਿੱਦਾਂ ਮੇਰੇ ਹਲਕੇ ਦੇ ਵਿੱਚ जोगिंदर सिंह गुज्जर ਜਿਹੜੇ ਇਟਲੀ ਤੋਂ ਆਏ ਸੀ ਜਿਹੜੇ ਕਿ 65 ਸਾਲ ਦੇ ਬਜ਼ੁਰਗ ਨੇ ਹਾਰਟ ਪੇਸ਼ੈਂਟ ਨੇ ਔਰ ਉਹ ਗੱਲ ਮੈਂ ਕਾਫੀ ਤੱਥਾਂ ਦੇ ਆਧਾਰ ਦੇ ਉੱਤੇ ਸਾਰੀ ਗਵਰਨਮੈਂਟ ਨੂੰ ਐਡਮਿਨਿਸਟ੍ਰੇਸ਼ਨ ਨੂੰ ਪਹੁੰਚਾਈ ਹੋਈ ਹੈ ਔਰ ਉਮੀਦ ਕਰਦਾ ਕਿ ਉਹਦੇ ਤੇ ਉਸ ਕੇਸ ਦੇ ਉੱਤੇ ਡੈਫੀਨਿਟਲੀ ਰਿਵਿਊ ਕਰੇਗੀ ਗਵਰਨਮੈਂਟ ਕਿਉਂਕਿ ਉਹ ਬਿਲਕੁਲ ਸਰਾਸਰ ਬੇਬੁਨਿਆਦ ਤੇ ਬੇਗੁਨਾਹ ਆਦਮੀ ਨੂੰ ਇੰਪਲੀਕੇਟ ਕੀਤਾ ਗਿਆ। ਅਨਪੜ੍ਹ ਆਦਮੀ ਆ ਸਾਰੀ ਲਾਈਫ ਦਾ ਉਹਦਾ ਰਿਕਾਰਡ ਜੋਗਿੰਦਰ ਸਿੰਘ ਗੁੱਜਰ ਦਾ ਕੰਪਲੀਟ इनोसेंट व्यक्ति वाला लॉ अबाइडिंग वाला एक भी FIR नहीं कभी 57 भी नहीं हुई और एकदम उसनों एडे वड्डे ड्रैकोनियन लॉ दे विच इंप्लीकेट कर देना ਉਹਦੀ ਸਾਰੀ ਜ਼ਿੰਦਗੀ ਹੀ ਨਹੀਂ ਖਰਾਬ ਉਹਦਾ ਪਰਿਵਾਰ ਤਬਾਹ ਹੋ ਜਾਊਗਾ ਔਰ ਜਿੱਦਾਂ ਦੀ ਉਹਦੀ ਨਾਜ਼ੁਕ ਸਿਹਤ ਹੈ ਹੋ ਸਕਦਾ ਉਹ ਅੰਦਰ ਦਮ ਤੋੜ ਜਵੇ ਜੇਲ੍ਹ 'ਚ। ਤਾਂ ਮੈਂ ਉਮੀਦ ਕਰਦਾ ਕਿ ਗਵਰਨਮੈਂਟ ਉਸ ਨੂੰ ਰਿਵਿਊ ਕਰੇਗੀ। ਥੋੜਾ ਜਿਹਾ ਮੈਨੂੰ ਫੀਲਰਸ ਇਸ ਇਫੈਕਟ ਤੱਕ ਪਹੁੰਚੇ ਨੇ। ਇਸ ਤਰ੍ਹਾਂ ਦਾ ਇੱਕ ਹੋਰ ਕੇਸ ਸੇਰਾ ਪਿੰਡ ਦਾ ਇੱਕ ਦਲਿਤ ਨੌਜਵਾਨ 26 ਸਾਲ ਦਾ ਬਹੁਤ ਗਰੀਬ ਪਰਿਵਾਰ ਤੋਂ ਚਾਰੇ ਭਰਾ ਦਿਹਾੜੀਦਾਰ ਨੇ ਔਰ ਉਸ ਦੇ ਵਿੱਚ ਵੀ ਤੱਥ ਬੜੇ ਥੋੜੇ ਜਿਹੇ ਡਿਸਟਰਬਿੰਗ ਨੇ ਕਿ ਪੁਲਿਸ ਨੇ ਪਿੰਡ ਦੀ ਗ੍ਰਾਮ ਪੰਚਾਇਤ ਤੋਂ ਗ੍ਰਿਫਤਾਰ ਕੀਤਾ ਉਹਨਾਂ ਦੇ ਸਾਹਮਣੇ। ਸੇਰਾ ਪਿੰਡ ਦਾ ਮੌਕੇ ਦੇ ਸਰਪੰਚ ਹਾਕਮ ਸਿੰਘ ਦੀ ਸਟੇਟਮੈਂਟ ਪੜ੍ਹੀ ਮੈਂ ਟਾਈਮਜ਼ ਆਫ ਇੰਡੀਆ ਅਖਬਾਰ 'ਚ। ਉਹਨਾਂ ਨੇ ਕਿਹਾ ਕਿ ਇਸ ਨੌਜਵਾਨ ਨੂੰ ਮੇਰੇ ਸਾਹਮਣੇ ਗ੍ਰਿਫਤਾਰ ਕੀਤਾ ਵਾ ਲੇਕਿਨ ਲੈ ਕੇ ਗਈ ਪੁਲਿਸ गिरफ्तारी किसी राजपुरे के कोली पिंड के लागे पुलिस बैरीयर से दिखाती और कहता कि ये 32 बोर का पिस्टल रिकवर होया 7 कारतूस रिकवर होए ने और उसनों अंदर डक दिता। वो एडे गरीब ने राजपुरे का लोकल कोई छोटा वकील भी नहीं कर सकते और यूआपा लॉ के बहुत वड्डे पद्धर के उत्ते वकालत डिफेंड करने वास्ते हाई कोर्ट सुप्रीम कोर्ट तक के लॉयर्स चाहिए ने। सो एक दूसरा केस बड़ा ग्लेयरिंग तीसरा शायद लव ਮੁੰਡਾ ਇੰਪਲੀਕੇਟ ਕੀਤਾ ਜਿਹੜਾ ਸ਼ਾਹੀਨ ਬਾਗ ਦੇ ਵਿੱਚ CAA ਦੇ ਜਿਹੜੀ ਬਹਿਸ ਹੋ ਰਹੀ ਸੀਗੀ ਜਿਹਦੇ ਚ ਜੋ ਕਾਨੂੰਨ ਬਣਾਇਆ BJP ਗਵਰਨਮੈਂਟ ਨੇ ਉਹਦੇ ਪ੍ਰਚਾਰ ਕਰਦਾ ਸੀ ਬੋਲਦਾ ਸੀ ਸ਼ਾਇਦ ਉਹਦੇ ਖਿਲਾਫ ਵੀ ਯੂਆਪਾ ਲਾਈ ਹੋਈ ਆ। ਸੋ ਇਹ ਸਾਰਾ ਕੁਝ ਪੰਜਾਬ ਦੀ ਸਰਕਾਰ ਔਰ ਪੰਜਾਬ ਪੁਲਿਸ ਇੱਕ ਦਹਿਸ਼ਤ ਦਾ ਮਾਹੌਲ ਬਣਾ ਰਹੀ ਹੈ ਪੰਜਾਬ ਦੇ ਵਿੱਚ ਔਰ ਉਹਦਾ ਆਧਾਰ ਬਣਾਇਆ ਜਾ ਰਿਹਾ ਕਿ 2020 ਰੈਫਰੈਂਡਮ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਅਸੀਂ ਪੰਜਾਬ ਦੇ ਵਿੱਚੋਂ ਕੋਈ ਆਵਾਜ਼ ਸੁਰ ਨਹੀਂ ਉੱਠਣ ਦੇਵਾਂਗੇ। ਔਰ ਵੈਸੇ ਮੈਂ ਜਿੱਥੋਂ ਤੱਕ ਤੁਲਕ ਰੱਖਦਾ ਜਿੰਨੀ ਡੀਲਿੰਗ ਸਾਡੀ ਪਬਲਿਕ ਨਾਲ 2020 ਦਾ ਪੰਜਾਬ ਦੇ ਵਿੱਚ ਵੈਸੀ ਕੋਈ ਸਪੋਰਟ ਤੇ ਆਧਾਰ ਨਹੀਂਗਾ। ਠੀਕ ਹੈ ਦੁਨੀਆ ਭਰ ਦੇ ਵਿੱਚ ਬੈਠੇ ਉਹ ਬਾਹਰ ਗੁਰਪਤਵੰਤ ਪੰਨੂ ਜਾਂ ਉਹਨਾਂ ਦੀ ਜਿਹੜੀ ਟੀਮ ਹੈ SFJ ਦੀ ਉਹ ਕਰਦੇ ਹੋਣਗੇ ਉੱਥੇ ਕੁਝ ਇਕੱਠ ਵੀ ਹੁੰਦੇ ਹੋਣਗੇ ਹੁਣ ਉਹ ਵਿਦੇਸ਼ਾਂ ਦੀ ਧਰਤੀ ਤੇ ਕੀ ਕਰਦੇ ਨੇ ਉਹਦਾ ਕੋਈ ਸਰੋਕਾਰ ਨਹੀਂ ਲੇਕਿਨ ਇੱਥੇ ਕੁਝ ਨਹੀਂ ਸੀਗਾ। ਪਰ ਜਿਸ ਢੰਗ ਦੇ ਨਾਲ ਗਵਰਨਮੈਂਟ ਤੇ ਪੁਲਿਸ ਓਵਰ ਰਿਐਕਟ ਕਰ ਰਹੀ ਹੈ ਨਾ ਮਤਲਬ ਉਹ ਕੀ ਕਹਿੰਦੇ ਹੁੰਦੇ ਕਿ ਪੈਨਿਕ ਸਟੇਟ ਦੇ ਵਿੱਚ ਲੋੜ ਨੂੰ ਵੱਧ ਇਸ ਵਕਤ ਜਿਹੜਾ ਕਰ ਰਹੀ ਆ ਉਹਦਾ ਡੈਫੀਨਿਟਲੀ ਪੰਜਾਬ ਦੇ ਵਿੱਚ ਰਿਐਕਸ਼ਨ ਹੋਵੇਗਾ। ਔਰ ਜਿਹੜੀ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਕਿ ਮੈਨੂੰ ਬਹੁਤ ਟੈਲੀਫੋਨਸ ਆਏ ਨੇ ਮੇਰੇ ਆਪਣੇ ਹਲਕੇ ਦੇ ਵਿੱਚੋਂ ਨੌਜਵਾਨਾਂ ਨੂੰ ਜਿਨ੍ਹਾਂ ਲੋਕਾਂ ਨੇ ਨਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਜਾਂ WhatsApp ਦੇ ਉੱਤੇ ਟਵਿੱਟਰ ਤੇ ਜਾਂ ਕਿਸੇ ਵੀ ਹੋਰ ਸੋਸ਼ਲ ਮੀਡੀਆ ਸਾਈਟ ਤੇ ਕਿਤੇ 2020 ਰੈਫਰੈਂਡਮ ਨੂੰ ਲਾਈਕ ਕਰਤਾ ਕੋਈ ਕਮੈਂਟ ਕਰ ਦਿੱਤਾ ਕੋਈ ਉਸ ਨੂੰ ਫਾਰਵਰਡ ਕਰ ਦਿੱਤਾ ਉਹ ਸਾਰਿਆਂ ਦੀ ਲਿਸਟਾਂ ਬਣਾ ਲਈਆਂ ਪੰਜਾਬ ਪੁਲਿਸ ਨੇ। ਮੇਰਾ ਖਿਆਲ ਹੈ ਕਿ ਜਿਹੜੇ ਨੌਜਵਾਨਾਂ ਨੂੰ ਭੁਲੱਥ ਥਾਣੇ ਵਿੱਚ ਬੁਲਾਇਆ ਗਿਆ ਉਹ ਉਹਨਾਂ ਨੇ ਮੈਨੂੰ ਦੱਸਿਆ ਕਿ ਔਰ ਉਹਦੇ 'ਚ ਲੜਕੀਆਂ ਵੀ ਬੁਲਾਈਆਂ ਜਾ ਰਹੀਆਂ ਨੇ। ਆਫਟਰ ਆਲ ਸੋਸ਼ਲ ਮੀਡੀਆ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਹੈ ਕਿ ਹਰ ਇੱਕ ਆਦਮੀ ਆਪਣੀ ਖੁੱਲ੍ਹ ਕੇ ਰਾਏ ਰੱਖਦਾ ਵਾ ਔਰ ਇਹ ਸਾਡਾ ਫੰਡਾਮੈਂਟਲ ਰਾਈਟ ਹੈ ਇੱਕ ਮਤਲਬ ਕਿ ਆਪਣੇ ਫਰੀडम ਟੂ ਐਕਸਪ੍ਰੈਸ਼ਨ ਇਜ਼ ਅ ਫੰਡਾਮੈਂਟਲ ਰਾਈਟ ਸਾਨੂੰ ਅਧਿਕਾਰ ਦਿੱਤਾ ਸਾਡੇ ਸੰਵਿਧਾਨ ਨੇ
ਤੇ ਕੀ ਫੇਸਬੁੱਕ ਤੇ ਕੋਈ ਕਮੈਂਟ ਲਿਖ ਦੇਣਾ ਜਾਂ ਕਿਸੇ ਨੂੰ ਫਾਰਵਰਡ ਕਰ ਦੇਣਾ ਕੀ ਇਹ ਆਧਾਰ ਹੈ ਕਿ ਉਹਨਾਂ ਨੌਜਵਾਨਾਂ ਨੂੰ ਇਕੱਲੇ ਭੁਲੱਥ ਪੁਲਿਸ ਸਟੇਸ਼ਨ ਵਿੱਚ 80 ਨੌਜਵਾਨਾਂ ਦੀ ਲਿਸਟ ਬਣਾਈ ਹੋਈ ਹੈ। ਹੁਣ ਤੁਸੀਂ ਅੰਦਾਜ਼ਾ ਲਾ ਲਓ ਪੰਜਾਬ ਦੇ ਵਿੱਚ ਕਿੰਨੇ ਸੈਂਕੜੇ ਪੁਲਿਸ ਸਟੇਸ਼ਨਸ ਨੇ ਤੇ ਕਿੰਨੇ ਸੈਂਕੜੇ ਹਜ਼ਾਰਾਂ ਨੌਜਵਾਨਾਂ ਨੂੰ ਉੱਥੇ ਬੁਲਾ ਕੇ ਤੇ ਉਹਨਾਂ ਦੇ ਸਾਰੀਆਂ ਪਰਸਨਲ ਡਿਟੇਲਸ ਲਈਆਂ ਜਾ ਰਹੀਆਂ, ਉਹਨਾਂ ਦੇ ਸਾਰੇ ਪਰਿਵਾਰ ਦੇ ਮੈਂਬਰਸ ਦਾ, ਮਾਮੇ ਭੂਆ ਤੱਕ ਦਾ ਰਿਕਾਰਡ, ਆਧਾਰ ਕਾਰਡ, ਪਾਸਪੋਰਟ ਦੀਆਂ ਡਿਟੇਲਸ, ਪਤਾ ਨਹੀਂ ਕੀ ਕੁਝ ਲਿਆ ਜਾ ਰਿਹਾ ਵਾ। ਮੈਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਔਰ ਪੁਲਿਸ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਇੰਨਾ ਜ਼ਿਆਦਾ ਤੁਸੀਂ ਪੈਨਿਕ ਹੋ, ਇੰਨਾ ਜ਼ਿਆਦਾ ਬੇਬੁਨਿਆਦ ਤੁਸੀਂ ਉਹ ਸਾਰੇ ਨੌਜਵਾਨਾਂ ਦਾ ਕੈਰੀਅਰ ਤਬਾਹ ਕਰਨਾ ਚਾਹੁੰਦੇ ਹੋ। ਬਹੁਤ ਸਾਰੇ ਇਹਨਾਂ ਨੇ ਬਾਹਰ ਜਾਣਾ ਵਿਦੇਸ਼ਾਂ ਦੇ ਵਿੱਚ ਕਿਉਂਕਿ ਇੱਥੇ ਤਾਂ ਨੌਕਰੀ ਕੋਈ ਹੈ ਨਹੀਂਗੀ। ਇਹ ਇੱਕ ਜਿੱਦਾਂ ਕਹਿੰਦੇ ਕਿ ਆਪਣੇ ਹੀ ਲੋਕਾਂ ਨੂੰ ਟੈਰਰਾਈਜ਼ ਕੀਤਾ ਜਾ ਰਿਹਾ ਵਾ, ਧਮਕਾਇਆ ਜਾ ਰਿਹਾ, ਡਰਾਇਆ ਜਾ ਰਿਹਾ ਵਾ। ਇਸ ਤਰ੍ਹਾਂ ਆਵਾਜ਼ਾਂ ਥੋੜ੍ਹਾ ਰੁਕਦੀਆਂ ਹੁੰਦੀਆਂ ਦੁਨੀਆ ਦੇ ਵਿੱਚ। ਔਰ ਮੈਂ ਦੁਬਾਰਾ ਕਹਿ ਦੇਣਾ ਚਾਹੁੰਦਾ ਕਿ ਦੇਖੋ ਸੁਪਰੀਮ ਕੋਰਟ ਨੇ ਪਿੱਛੇ ਹੀ ਰੂਲ ਕੀਤਾ ਵਾ ਕਿ ਖਾਲਿਸਤਾਨ ਦੀ ਗੱਲ ਕਹਿਣਾ ਕੋਈ ਗੈਰ ਕਾਨੂੰਨੀ ਨਹੀਂਗਾ। ਮੈਂ ਕੋਈ ਖਾਲਿਸਤਾਨ ਦਾ ਮੁੱਦਈ ਨਹੀਂਗਾ, ਲੈਟ ਮੀ ਬੀ ਕੈਟੇਗੋਰਿਕਲੀ ਕਲੀਅਰ, ਨਾ 20 ਰੈਫਰੈਂਡਮ ਦਾ ਮੁੱਦਈ ਆ। ਪਰ ਫਰਜ਼ ਕਰੋ ਕਿਸੇ ਸਮਝਦਾ ਵਾ ਕਿ ਮੈਂ ਇਹ ਮੰਗ ਦੀ ਸਪੋਰਟ ਕਰਨੀ ਆ। ਸੁਪਰੀਮ ਕੋਰਟ ਨੇ ਲੇਟੈਸਟ ਜਜਮੈਂਟ ਸ਼ਾਇਦ ਸਿਮਰਨਜੀਤ ਸਿੰਘ ਮਾਨ ਦੇ ਕੇਸ ਵਿੱਚ ਹੀ ਕਿਹਾ ਵਾ ਕਿ ਕੋਈ ਗੁਨਾਹ ਨਹੀਂਗਾ, ਕੋਈ ਆਫੈਂਸ ਨਹੀਂਗਾ, ਤੇ ਆਪਾਂ ਸੁਪਰੀਮ ਕੋਰਟ ਨੂੰ ਵੀ ਚਿੱਕੇ ਤੇ ਟੰਗ ਰਹੇ ਆ। ਆਪਾਂ ਸਾਰੇ ਜਿਹੜੇ ਫੰਡਾਮੈਂਟਲ ਰਾਈਟਸ ਆ, ਹਕੂਕ ਆ, ਉਹਨਾਂ ਨੂੰ ਵੀ ਚਿੱਕੇ ਤੇ ਟੰਗ ਰਹੇ ਆ। ਔਰ ਮੈਂ ਪਹਿਲਾਂ ਵੀ ਕਿਹਾ ਕਿ ਜਦੋਂ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਬੀਜੇਪੀ ਦੇ, ਆਰਐਸਐਸ ਦੇ ਆਗੂ ਜਾਂ ਜਿਹੜੇ ਹੈਗੇ ਨੇ ਵੀਐਚਪੀ ਦੇ ਆਗੂ, ਬੜੇ ਰਿਸਪੌਂਸਿਬਲ ਲੋਕ, ਉਹਨਾਂ ਦੇ ਖਿਲਾਫ ਤਾਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਹਨਾਂ ਦੇ ਖਿਲਾਫ ਤਾਂ ਕੋਈ ਯੂਆਪਾ ਦਾ ਲਾਅ ਨਹੀਂ ਲਾਇਆ ਜਾਂਦਾ। ਉਹਨਾਂ ਦੇ ਖਿਲਾਫ ਤਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਜਾਂਦੀ। ਵਾਈ ਓਨਲੀ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ, ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਈਵਨ ਦਲਿਤ ਵਰਗ ਵੀ ਸਪੇਅਰ ਨਹੀਂ ਕੀਤਾ ਜਾ ਰਿਹਾ। ਔਰ ਗਵਰਨਮੈਂਟ ਦੇਖੋ ਕਿੱਡੀ ਹੁਸ਼ਿਆਰ ਆ ਕਿ ਇੱਕ ਦਲਿਤ ਸੁਰੱਖਿਆ ਸੈਨਾ ਜਿਹੜੀ ਕਿ ਇਹਨਾਂ ਦਾ ਏਜੰਟ ਹੀ ਹੋਊਗਾ ਪੁਲਿਸ ਦਾ, ਉਹਦੇ ਕੋਲੋਂ ਇੱਕ ਐਫਆਈਆਰ ਦਰਜ ਕਰਾਈ ਆ ਐਸਐਫਜੇ ਵਾਲੇ ਮਸਲੇ ਦੇ ਵਿੱਚ। ਸ਼ਾਇਦ ਉਹਦੇ ਜੋਗਿੰਦਰ ਸਿੰਘ ਗੁੱਜਰ ਉਹ ਵੀ ਉਸ ਐਫਆਈਆਰ ਵਿੱਚ ਵੀ ਇੰਪਲੀਕੇਟ ਕੀਤਾ ਹੋਇਆ। ਉਹ ਅਖੇ ਉਹਨਾਂ ਨੇ ਕਿਹਾ ਕਿ ਸਾਨੂੰ ਜਦੋਂ ਝੰਡਾ ਪਾੜਿਆ ਗਿਆ ਉੱਥੇ ਜਨੀਵਾ ਦੇ ਵਿੱਚ, ਜਿਹੜਾ ਕਿ ਗਲਤ ਕੰਮ ਸੀਗਾ, ਕਿ ਜਦੋਂ ਝੰਡਾ ਪਾੜਿਆ ਗਿਆ ਸਿਕਸ ਫॉर ਜਸਟਿਸ ਵੱਲੋਂ, ਦਲਿਤਾਂ ਨੂੰ ਪੰਜਾਬ ਦੇ ਵਿੱਚ ਬਹੁਤ ਦੁੱਖ ਹੋਇਆ। ਇਹ ਬਿਲਕੁਲ ਸਰਾਸਰ ਮਨਘੜਤ ਸ਼ਰਾਰਤੀ ਚਾਲ ਪੰਜਾਬ ਪੁਲਿਸ ਦੀ ਆ। ਜੇ ਦਲਿਤਾਂ ਨੂੰ ਦੁੱਖ ਹੋਇਆ ਤੇ ਫਿਰ ਸੁਖਚੈਨ ਸਿੰਘ ਸੇਰਾ ਪਿੰਡ ਦਾ ਵੀ ਤਾਂ 26 ਸਾਲ ਦਾ ਦਲਿਤ ਆ ਜਿਹਨੂੰ ਫੜ ਕੇ ਅੰਦਰ ਦੇ ਦਿੱਤਾ, ਉਹ ਨਹੀਂ ਦੁੱਖ ਹੋਇਆ ਦਲਿਤ ਵਰਗ ਨੂੰ? ਸੁਰੱਖਿਆ ਜਿਹੜੇ ਦਲਿਤ ਸੁਰੱਖਿਆ ਜਿਹੜੀ ਵੀ ਸੈਨਾ ਦੇ ਮੁਖੀਆ ਨੇ, ਉਹਨਾਂ ਨੂੰ ਉਦੋਂ ਦੁੱਖ ਨਹੀਂ ਹੋਇਆ ਜਦੋਂ ਉਹਨਾਂ ਦੇ ਇੱਕ ਸੇਰਾ ਪਿੰਡ ਦੇ ਦਲਿਤ ਨੌਜਵਾਨ ਨੂੰ ਯੂਆਪਾ ਲਾਅ ਦੇ ਵਿੱਚ ਅੰਦਰ ਕਰ ਦਿੱਤਾ ਗਿਆ। ਔਰ ਮੈਂ ਇੱਕ ਗੱਲ ਦਿਨਕਰ ਗੁਪਤਾ ਨੂੰ, ਡੀਜੀਪੀ ਪੰਜਾਬ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਇੱਥੇ ਤਾਂ ਐਟ ਦ ਡ੍ਰੌਪ ਆਫ ਦ ਹੈਡ ਮੁਕੱਦਮੇ ਦਰਜ ਕਰ ਰਹੇ ਹੋ। ਮਤਲਬ ਜੋਗਿੰਦਰ ਸਿੰਘ ਗੁੱਜਰ ਕੋਲੋਂ ਕੀ ਲੱਭਿਆ ਜੀ? ਇੱਕ ਫੋਟੋ ਦੀ ਸ਼ਮੂਲੀਅਤ ਦੀ ਜਨੀਵਾ ਦੇ ਵਿੱਚ, ਇੱਕ ਫੋਟੋ ਦੀ ਸਰੂਪਾ ਦਿੰਦੇ ਕਿਸੇ ਐਸਐਫਜੇ ਦੇ ਅਹੁਦੇਦਾਰ ਨੂੰ ਇਟਲੀ ਦੇ ਗੁਰਦੁਆਰੇ ਵਿੱਚ, ਤੇ 200 ਯੂਰੋ ਦੀ ਟ੍ਰਾਂਸਫਰ ਇਟਲੀ ਤੋਂ ਜਲੰਧਰ, ਜਿਹੜੀ ਕਿ ਉਹਦੇ ਅਕਾਊਂਟ 'ਚੋਂ ਨਹੀਂ ਹੋਈ, ਜਿਹੜੀ ਉਹਨੇ ਭੇਜੀ ਨਹੀਂ, ਜਿਹਦੇ ਰੈਸਿਪੀਐਂਟ ਬਾਰੇ ਪੰਜਾਬ ਪੁਲਿਸ ਨੂੰ ਪਤਾ ਨਹੀਂ, ਉਹਦੀ ਸਨੈਪਸ਼ਾਟ ਲੈ ਕੇ ਉਹਦੇ ਟੈਲੀਫੋਨ ਦੀ ਗੈਲਰੀ 'ਚੋਂ 200 ਰੁਪਏ 200 ਯੂਰੋ ਯਾਨੀ ਕਿ 15,000 ਰੁਪਏ ਦੇ ਆਧਾਰ ਦੇ ਉੱਤੇ ਪਰਚਾ ਦਰਜ ਕਰਤਾ। ਔਰ ਕੀ ਪਰਚੇ ਦੇ ਜਿਹੜੇ ਕੰਟੈਂਟ ਕੀ ਹੁੰਦਾ ਵਾ ਕਿ ਇਹ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ, ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਨੇ। 15,000 ਨਾਲ ਏਕਤਾ ਤੇ ਅਖੰਡਤਾ ਨੂੰ ਖਤਰਾ ਪੈ ਰਿਹਾ। ਏਡੀ ਸਸਤੀ ਏਕਤਾ ਅਖੰਡਤਾ ਆਪਣੇ ਦੇਸ਼ ਦੀ, ਏਡਾ ਤਾਕਤਵਰ ਦੇਸ਼ ਜਿਹੜਾ ਚਾਈਨਾ ਨਾਲ ਲੜ ਰਿਹਾ, ਜਿਹੜਾ ਇਸ ਵਕਤ ਇੱਕ ਵਰਲਡ ਪਾਵਰ ਇਮਰਜ ਹੋ ਰਿਹਾ, ਉਹ 15,000 ਰੁਪਏ 200 ਯੂਰੋ ਦੀ ਟ੍ਰਾਂਸਫਰ ਦੇ ਨਾਲ ਘਬਰਾ ਰਿਹਾ ਵਾ। ਮੇਰੀ ਦਿਨਕਰ ਗੁਪਤਾ ਜੀ ਨੂੰ ਇੱਕ ਬੇਨਤੀ ਆ, ਤੁਸੀਂ ਨਾ ਥੋੜਾ ਜਿਹਾ ਆਪਣੇ ਮਾਈਂਡਸੈਟ ਨੂੰ ਠੀਕ ਕਰੋ। ਤੁਹਾਡਾ ਮਾਈਂਡਸੈਟ ਪੰਜਾਬ ਦੇ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਐਂਟੀ ਪੰਜਾਬ ਨਜ਼ਰ ਆ ਰਿਹਾ ਵਾ, ਐਂਟੀ ਕਮਿਊਨਿਟੀ ਨਜ਼ਰ ਆ ਰਿਹਾ ਵਾ। ਤੁਸੀਂ ਜਿਸ ਢੰਗ ਦੇ ਨਾਲ ਕਰਤਾਰਪੁਰ ਸਾਹਿਬ ਦੀ ਕੋਰੀਡੋਰ ਤੇ ਆਪਣੇ ਵਿਚਾਰ ਦਿੱਤੇ ਕਿ ਜਿਹੜੇ ਸਿੱਖ ਸ਼ਰਧਾਲੂ ਜਾਂਦੇ ਨੇ ਪਾਕਿਸਤਾਨ ਕਰਤਾਰਪੁਰ ਸਾਹਿਬ ਦਰਸ਼ਨ ਕਰਨ, ਉਹਨਾਂ ਨੂੰ ਉੱਥੋਂ ਦੀ ਜਿਹੜੀ ਸਰਕਾਰ ਆ ਪਾਕਿਸਤਾਨ ਦੀ ਆਈਐਸਆਈ, ਉਹ 6 ਘੰਟਿਆਂ ਵਿੱਚ ਅੱਤਵਾਦੀ ਬਣਾ ਕੇ ਭੇਜ ਦਿੰਦੀ ਆ। ਮਤਲਬ ਸਾਰੇ ਸਿੱਖ ਅੱਤਵਾਦੀ ਨੇ, ਸਾਰੇ ਸ਼ਰਧਾਲੂ ਅੱਤਵਾਦੀ ਨੇ। ਇੱਕ ਡੀਜੀਪੀ ਲੈਵਲ ਦਾ ਆਦਮੀ ਯੂਨੀਫਾਰਮ ਪਾ ਕੇ ਕਨਸਟੀਟਿਊਸ਼ਨ ਦੀ ਸਹੁੰ ਖਾ ਕੇ ਤੁਸੀਂ ਇਸ ਤਰ੍ਹਾਂ ਦੇ ਸਟੇਟਮੈਂਟਸ ਦਿੰਦੇ ਹੋ। ਔਰ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ, ਤੁਸੀਂ ਇੱਥੇ ਤਾਂ ਯੂਆਪਾ ਬੜੇ ਤੜਾ ਤੜ ਲਾ ਰਹੇ ਹੋ, ਮੋੜ ਬੰਬ ਬਲਾਸਟ ਬਾਰੇ ਦੱਸੋ ਨਾ ਕੀ ਕੀਤਾ ਉੱਥੇ? ਉਹਦੇ ਤਾਂ 6 7 8 ਬੱਚੇ ਮਰੇ ਸੀਗੇ। 2017 ਦਾ ਹੋਇਆ ਗੁਪਤਾ ਜੀ, 2017 ਤੋਂ ਅੱਜ 2020, 3 ਸਾਲਾਂ ਦੇ ਵਿੱਚ 7 8 ਬੱਚੇ ਬੇਗੁਨਾਹ ਉਸ ਬਲਾਸਟ ਵਿੱਚ ਮਰੇ ਨੇ।
ਉੱਥੇ ਤਾਂ ਤੁਸੀਂ ਕਾਰਵਾਈ ਕਰਨ ਦੀ ਤੁਹਾਡੇ 'ਚ ਹਿੰਮਤ ਹੈ ਨਹੀਂ ਗੀ, ਕਿਉਂਕਿ ਵੋਟ ਬੈਂਕ ਪੋਲਿਟਿਕਸ ਆ ਉੱਥੇ ਤੁਹਾਡੇ ਬੌਸਸ ਦੀ। ਉੱਥੇ ਇੱਕ ਡੇਰੇ ਦਾ ਤਾਕਤਵਰ ਬੰਦਾ ਇਨਵੋਲਵਡ ਆ, ਤੁਹਾਡੇ 'ਚ ਹਿੰਮਤ ਨਹੀਂ ਗੀ ਕਿ ਤੁਸੀਂ ਉਸ ਮੋੜ ਬੰਬ ਬਲਾਸਟ ਦੇ ਦੋਸ਼ੀਆਂ ਨੂੰ ਸਹੀ ਮਾਇਨਿਆਂ 'ਚ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਅੰਦਰ ਦੇ ਸਕੋ। ਤੇ ਇੱਥੇ 26 ਸਾਲ ਦਾ ਸੁਖਚੈਨ ਤੇ ਲਵਪ੍ਰੀਤ ਮੁੰਡਾ ਤੇ ਗੁੱਜਰ, ਇਹਨਾਂ ਨੂੰ ਬੜੀ ਛੇਤੀ ਫੜ ਕੇ ਅੰਦਰ ਦੇ ਜਾਂਦੇ। ਦਿਸ ਇਜ਼ ਕਾਲਡ ਡਬਲ ਸਟੈਂਡਰਡਸ, ਦੋਹਰੇ ਮਾਪਦੰਡ। ਹੁਣ ਆ ਗਈ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਨਾ ਚਾਹੁੰਦਾ। ਅੱਜ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਸਾਰੇ ਪੰਜਾਬ ਦੇ ਵਿੱਚ ਧਰਨਿਆਂ ਤੇ ਬੈਠੀ ਆ। ਬੈਠਣ ਦਾ ਅਧਿਕਾਰ ਹੈ, ਜਮਹੂਰੀਅਤ ਆ, ਲੇਕਿਨ ਕਿਹੜੇ ਮੁੱਦੇ ਤੇ ਬੈਠੇ ਨੇ? ਅਖੇ ਜੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪੰਜਾਬ ਸਰਕਾਰ ਨੇ ਬਹੁਤ ਵਧਾ ਦਿੱਤੀਆਂ। ਸੁਖਬੀਰ ਜੀ ਕੁਛ ਤਾਂ ਥੋੜਾ ਬਹੁਤਾ ਤੱਥਾਂ ਦੇ ਆਧਾਰ ਦੇ ਉੱਤੇ ਬਿਆਨ ਦਿਓ। ਜੇ ਡੀਜ਼ਲ ਤੇ ਪੈਟਰੋਲ ਦੀ ਅੱਜ 75 ਤੇ 80 ਰੁਪਏ ਕੀਮਤ ਹੈ ਨਾ, ਉਹ ਤਾਂ ਦਿੱਲੀ ਦੀ ਸਰਕਾਰ ਨੇ ਵਧਾਈ ਹੋਈ ਆ। ਉਹਦੇ ਚੋਂ ਐਕਸਾਈਜ਼ ਡਿਊਟੀ ਜਿਹੜੀ ਆ ਉਹ ਕਹਿੰਦੇ 70% ਟੈਕਸਸ ਨੇ ਇੰਡੀਆ ਦੇ ਵਿੱਚ ਡੀਜ਼ਲ ਤੇ ਪੈਟਰੋਲ ਤੇ। ਅਗਰ 70% ਟੈਕਸ ਲੱਗਿਆ ਨਾ, ਫਰਜ਼ ਕਰੋ 80 ਰੁਪਏ ਦਾ ਪੈਟਰੋਲ ਹੈ, ਉਹਦੇ ਤੇ ਲੈਟਸ ਸੇ 56 ਰੁਪਏ ਟੈਕਸ ਹੈਗਾ ਵਾ ਮੋٹے ਤੌਰ ਤੇ ਉਸ 56 ਚੋਂ 40 ਰੁਪਏ ਗਵਰਨਮੈਂਟ ਆਫ ਇੰਡੀਆ ਨੇ ਲਾਇਆ, ਐਕਸਾਈਜ਼ ਡਿਊਟੀ ਵਧਾਈ ਆ। ਜਿੱਥੇ ਬੀਬੀ ਹਰਸਿਮਰਤ ਕੌਰ ਬਾਦਲ ਮਿਨਿਸਟਰ ਨੇ। ਤੁਸੀਂ ਆਹ ਧਰਨਾ ਪੰਜਾਬ ਚ ਲਾ ਰਹੇ ਹੋ ਕਿ ਕੈਪਟਨ ਨੇ ਲਾਤਾ ਜੀ, ਤੇਲ ਦੀਆਂ ਕੀਮਤਾਂ ਵਧਾਤੀਆਂ। ਵਧਾਈਆਂ ਕੈਪਟਨ ਨੇ ਵੀ ਨਹੀਂ, ਇਹਨਾਂ ਨੇ ਵੈਟ ਵਧਾਇਆ ਵਾ, ਜਿਹੜਾ ਇਹਨਾਂ ਦੇ ਕੋਲ ਅਧਿਕਾਰ ਹੈ। ਇਹ ਟੋਟਲ ਵੈਟ ਜਿਹੜਾ ਟੈਕਸ ਹੋਊਗਾ ਸਟੇਟ ਦਾ, ਇਹ 12-13 ਰੁਪਏ ਲੀਟਰ ਤੋਂ ਜ਼ਿਆਦਾ, ਜਿਹੜਾ 40-42-45 ਰੁਪਏ ਟੈਕਸ ਲਾ ਰਹੀ ਤੁਹਾਡੀ ਸਰਕਾਰ ਕੇਂਦਰ ਦੀ, ਉਹਦੇ ਖਿਲਾਫ ਕੋਈ ਧਰਨਾ ਨਹੀਂ ਬਣਦਾ ਯਾਰੋ। ਇੰਨਾ ਲੋਕਾਂ ਨੂੰ ਤੁਸੀਂ ਮੂਰਖ ਸਮਝਦੇ ਵੀ ਐਡੇ ਜਨਤਾ ਕਮਲੀ ਕਹਿੰਦਾ ਉਹ ਮੰਨ ਜਾਣਗੇ? ਇੰਨੇ ਮੂਰਖ ਨਹੀਂ ਪੰਜਾਬ ਦੇ ਲੋਕ। ਔਰ ਨਾਲ ਮੈਂ ਗੱਲ ਕਹਿਣਾ ਚਾਹੁੰਦਾ, ਤੁਸੀਂ ਅਸਲ ਏਜੰਡੇ ਤੋਂ ਭਟਕ ਗਏ ਹੋ। ਅੱਜ ਤੁਹਾਨੂੰ ਧਰਨਾ ਮਾਰੇਗਾ ਯੂਆਪਾ ਦੇ ਕਾਨੂੰਨ ਦੇ ਖਿਲਾਫ, ਟਾਡਾ ਦੇ ਖਿਲਾਫ, ਜਿਹਦੇ ਹੁਣ ਸ਼ਿਕਾਰ ਹੋਣੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਨੌਜਵਾਨ। ਔਰ ਪੰਜਾਬ ਦੇ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਜਮਾਤ ਆ, ਸਿੱਖਾਂ ਦੇ ਹਕੂਕ ਦੀ ਰਖਵਾਲੀ ਕਰਨ ਵਾਲੀ ਜਮਾਤ ਆ, ਤੇ ਧਰਨਾ ਤੁਸੀਂ ਮਾਰ ਰਹੇ ਹੋ ਫਰਜ਼ੀ ਪੈਟਰੋਲ ਦੀਆਂ ਕੀਮਤਾਂ ਦੇ, ਜਿਹਦੇ ਤੁਸੀਂ ਖੁਦ ਜ਼ਿੰਮੇਵਾਰ ਹੋ। ਦਿਸ ਇਜ਼ ਕੀ ਕਹਿੰਦੇ ਹੁੰਦੇ ਆ ਅਗੇਨ ਡਬਲ ਸਟੈਂਡਰਡਸ, ਡਾਇਕੋਟਮੀ ਇਨ ਪੋਲਿਟਿਕਸ। ਉਹ ਸ਼ਾਇਦ ਅੰਗਰੇਜ਼ੀ ਦਾ ਇੱਕ ਛੋਟੀ ਜਿਹੀ ਕਹਾਵਤ ਆ, ਰਨਿੰਗ ਵਿਦ ਦ ਹੇਅਰ ਐਂਡ ਹੰਟਿੰਗ ਵਿਦ ਦ ਹਾਊਂਡ। ਦੋਨੇ ਕੰਮ ਕਰੀ ਜਾਂਦੇ ਆ, ਨਾਲੇ ਤੇਲ ਦੀਆਂ ਕੀਮਤਾਂ ਵੀ ਵਧਾਈ ਜਾਂਦੇ ਆ, ਨਾਲੇ ਜੰਮੂ ਕਸ਼ਮੀਰ ਦੇ 2 ਟੋਟੇ ਕਰਨ ਦੇ ਉੱਤੇ ਵੋਟਾਂ ਵੀ ਬੀਜੇਪੀ ਨੂੰ ਪਾਈ ਜਾਂਦੇ ਹੋ। ਸਿਟੀਜ਼ਨ ਅਮੈਂਡਮੈਂਟ ਐਕਟ ਬਣਾਉਣ ਦੇ ਉੱਤੇ ਮੁਸਲਮਾਨਾਂ ਦੀ ਜਿਹੜੀ ਨਸਲਕੁਸ਼ੀ ਹੋਈ ਆ ਜਾਂ ਉਹਨਾਂ ਦੇ ਅਧਿਕਾਰ ਖੋਏ ਗਏ ਨੇ, ਉੱਥੇ ਵੀ ਉਹਨਾਂ ਨੂੰ ਵੋਟਾਂ ਪਾਈ ਜਾਂਦੇ ਬੀਜੇਪੀ ਨੂੰ। ਤਿੰਨੇ ਆਰਡੀਨੈਂਸ ਜਿਹੜੇ ਖੇਤੀ ਦੇ ਖਿਲਾਫ ਆਏ ਨੇ ਪੰਜਾਬ ਦੇ, ਉੱਥੇ ਵੀ ਵੋਟਾਂ ਪਾਈ ਜਾਂਦੇ ਹੋ, ਤੇ ਨਾਲ ਲੋਕਾਂ ਦੇ ਦਿਖਾਵੇ ਵਾਸਤੇ ਸੜਕਾਂ ਤੇ ਬਹਿ ਕੇ ਅੱਜ ਧਰਨੇ ਵੀ ਦੇ ਰਹੇ ਹੋ। ਮਤਲਬ ਇਹ ਕਮਾਲ ਦੀ ਰਾਜਨੀਤੀ ਮੈਨੂੰ ਨਜ਼ਰ ਆ ਰਹੀ ਆ। ਠੀਕ ਹੈ, ਤੁਹਾਡੇ ਕੋਲ ਕੇਡਰ ਆ, ਤੁਹਾਡੇ ਕੋਲ ਹਰ ਜ਼ਿਲ੍ਹੇ ਤੇ ਹਰ ਸੀਟ ਦੇ ਉੱਤੇ ਬੰਦੇ ਨੇ, ਉਹਨਾਂ ਦਾ ਦੁਰਉਪਯੋਗ ਨਾ ਕਰੋ। ਅੱਜ ਦੀ 40-42 ਡਿਗਰੀ ਦੇ ਟੈਂਪਰੇਚਰ ਤੇ ਜੇ ਬਿਠਾਉਣਾ ਸੀਗਾ, ਯੂਆਪਾ ਦੇ ਡੰਡੇ ਫੜਾ ਕੇ, ਪਲੇ ਕਾਰਡਸ, ਯੂਆਪਾ ਦੇ ਪੋਸਟਰ ਫੜਾ ਕੇ ਕਿ ਆਹ ਕਾਨੂੰਨ ਬਣਾਇਆ ਵਾ ਦੇਸ਼ ਵਿਰੋਧੀ ਔਰ ਐਂਟੀ ਮਾਈਨੋਰਿਟੀਜ਼, ਔਰ ਉਹਦਾ ਮਿਸਯੂਜ਼ ਕਰ ਰਿਹਾ ਕੈਪਟਨ ਅਮਰਿੰਦਰ ਸਿੰਘ। ਔਰ ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਮੈਂ ਕਹਿਣਾ ਚਾਹੁੰਦਾ ਵਾਂ, ਤੁਹਾਡੀ ਸਾਰੀ ਹਾਈ ਕਮਾਂਡ ਤਾਂ ਯੂਆਪਾ ਦੇ ਉਲਟ ਲੋਕ ਸਭਾ 'ਚ ਵਾਕਆਊਟ ਕੀਤਾ ਜਦੋਂ 2019 ਚ ਅਮੈਂਡਮੈਂਟ ਪਾਸ ਕੀਤੀ ਗਈ, ਯੂਆਪਾ ਬਣਾਇਆ ਗਿਆ ਨਵੇਂ ਸਿਰੇ ਤੋਂ। ਬੇਸਿਕਲੀ ਇਹ ਲਾਅ 1967 ਦਾ ਪੁਰਾਣਾ ਵਾ, ਇਹਨੂੰ ਅਮੈਂਡ ਕਰਕੇ ਇਹਨੂੰ ਕਰੜਾ ਕਰਕੇ, ਤੇ ਨਾ ਕਿਸੇ ਨੂੰ ਜ਼ਮਾਨਤ ਮਿਲੇਗੀ, ਨਾ ਅਸੀਂ ਕਿਸੇ ਨੂੰ ਪੁਲਿਸ ਡਾਇਰੀ ਦਿਖਾਵਾਂਗੇ। ਸਰਾਸਰ ਮਨੁੱਖੀ ਅਧਿਕਾਰਾਂ ਦਾ ਉਲੰਘਣ ਜਦੋਂ ਹੋਇਆ, ਤੇ ਕੈਪਟਨ ਸਾਹਿਬ ਦੀ ਪਾਰਟੀ ਦਿੱਲੀ ਵਿੱਚ ਉਹਦਾ ਵਿਰੋਧ ਕਰਦੀ ਆ। ਔਰ ਕਪਿਲ ਸਿੱਬਲ ਨੇ 30 ਜੂਨ ਹੁਣੇ ਅੱਜ ਤੋਂ 8 ਦਿਨ ਪਹਿਲਾਂ ਹਿੰਦੁਸਤਾਨ ਟਾਈਮਜ਼ ਜਿਹੜੀ ਸਭ ਤੋਂ ਵੱਡੀ ਅਖਬਾਰ ਹੈ, ਉਹਦੇ 'ਚ ਆਰਟੀਕਲ ਲਿਖਿਆ ਵਾ ਕਿ ਇਹ ਲਾਅ ਓਪਰੈਸਿਵ ਆ। ਉਹਨਾਂ ਨੇ ਡਾਟਾ ਦੇ ਦਿੱਤਾ ਕਿ ਕਿੰਨੇ ਲੋਕਾਂ ਨੂੰ ਅੱਜ ਤੱਕ ਇਹਦੇ 'ਚ ਕਨਵਿਕਸ਼ਨ ਹੋਈ ਆ, ਕਿੰਨੇ ਲੋਕਾਂ ਨੂੰ ਬੇਗੁਨਾਹ ਨੂੰ ਫੜਿਆ ਗਿਆ, ਕਿੰਨਿਆਂ ਨੂੰ ਤੰਗ ਕੀਤਾ। ਔਰ ਸਾਰੇ ਆਰਟੀਆਈ ਐਕਟਿਵਿਸਟ, ਸਾਰੇ ਮੀਡੀਆ ਪਰਸਨਸ, ਜਰਨਲਿਸਟ, ਸ਼ਾਹੀਨ ਬਾਗ ਵਿੱਚ ਪ੍ਰਚਾਰ ਕਰਨ ਵਾਲੇ, ਕਿਸ ਤਰ੍ਹਾਂ ਬੀਜੇਪੀ ਨੇ ਉਹਨਾਂ ਤੇ ਯੂਆਪਾ ਲਾਅ ਦਾ ਲਾ ਕੇ ਤੇ ਉਹਨਾਂ ਨੂੰ ਦੁਰਉਪਯੋਗ ਕੀਤਾ। ਕਾਂਗਰਸ ਉੱਥੇ ਉਹਨੂੰ ਭੰਡ ਰਹੀ ਹੈ। ਉਸੇ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਇਸ ਕਾਨੂੰਨ ਨੂੰ ਇਨਡਿਸਕ੍ਰਿਮੀਨੇਟਲੀ ਮਿਸਯੂਜ਼ ਕਰ ਰਹੀ ਹੈ, ਮਤਲਬ ਤੜ ਪਰਚੇ ਦਰਜ ਕਰ ਰਹੀ ਹੈ। ਹਲੇ ਤਾਂ 16 ਹੋਏ ਨੇ, ਪਤਾ ਨਹੀਂ ਹੋਰ ਕਿੰਨੇ ਹੋਣਗੇ। ਤਾਂ ਕੈਪਟਨ ਸਾਹਿਬ, ਤੁਹਾਡੀ ਵੀ ਇਹ ਦੋਗਲੀ ਨੀਤੀ ਹੈ। ਸੋ ਅੱਜ ਮੇਰਾ ਮਕਸਦ ਸਿਰਫ ਆਮ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਸਿਰਫ ਇਹ ਆਗਾਹ ਕਰਨਾ ਵਾ ਕਿ ਆਹ ਸਾਡੇ ਇਸ ਵਕਤ ਪੰਜਾਬ ਦਾ ਵਾਤਾਵਰਨ ਹੈ, ਕਿਸ ਤਰ੍ਹਾਂ ਇਸ ਮਾਹੌਲ ਨੂੰ ਜਾਣਬੁੱਝ ਕੇ, ਮੈਨੂੰ ਲੱਗਦਾ ਵਾ ਕਿ ਜਿੱਦਾਂ ਇੱਕ ਪੰਜਾਬ ਦੇ ਵਿੱਚ ਹਿੰਦੂ ਭਾਈਚਾਰਾ, ਸ਼ਹਿਰਾਂ 'ਚ ਮਾਈਨੋਰਿਟੀ, ਉਹਨਾਂ ਨੂੰ ਡਰਾਇਆ ਜਾ ਰਿਹਾ ਦੁਬਾਰਾ।
ਪਹਿਲਾਂ ਬਾਦਲ ਸਾਹਿਬ ਨੇ 10 ਸਾਲ ਇਹੀ ਕਹਿੰਦੇ ਰਹੇ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿੱਚ ਨਾ ਰੱਖਿਆ ਤੇ ਪੰਜਾਬ ਦੇ ਵਿੱਚ ਕਾਲੇ ਦਿਨ ਵਾਪਸ ਆਉਣਗੇ। ਐਨ ਉਹੀ ਤਰਜ਼ ਦੇ ਉੱਤੇ ਕੈਪਟਨ ਸਾਹਿਬ ਤੇ ਦਿਨਕਰ ਗੁਪਤਾ ਇੱਕ ਮੈਸੇਜ ਭੇਜ ਰਹੇ ਨੇ ਰੋਜ਼ ਹਫਤੇ 7-8 ਦਿਨ ਬਾਅਦ ਇੱਕ ਖਾਲਿਸਤਾਨ ਦਾ ਮੋਡਿਊਲ ਬਸਟ ਹੋ ਗਿਆ, ਉੱਥੇ ਹਥਿਆਰ ਜਮਾ ਹੋ ਗਏ, ਉੱਥੇ ਹਥਿਆਰ ਰਿਕਵਰ ਹੋ ਗਏ, ਉੱਥੇ RDX ਰਿਕਵਰ ਹੋ ਗਿਆ, ਉੱਥੇ ਜੋਗਿੰਦਰ ਸਿੰਘ ਨੇ 200 ਯੂਰੋ ਟ੍ਰਾਂਸਫਰ ਕਰਤਾ, ਸੁਖਚੈਨ ਸਿੰਘ ਕੋਲੋਂ ਪਿਸਤੌਲ ਫੜਿਆ ਗਿਆ। ਇਹ ਤੁਹਾਨੂੰ ਟੈਰਰਾਈਜ਼ ਕਰ ਰਹੇ ਨੇ ਸਿਰਫ। ਕੋਈ ਮਾਹੌਲ ਪੰਜਾਬ ਦਾ ਖਰਾਬ ਨਹੀਂਗਾ। ਪੰਜਾਬ ਦੇ ਵਿੱਚ ਕੋਈ ਇਸ ਵਕਤ ਵਾਇਲੈਂਟ ਸਟਰਗਲ ਦੀ ਜਾਂ ਕਿਸੇ ਤਰ੍ਹਾਂ ਦੀ ਵੱਖਵਾਦੀ ਮੰਗ ਦੀ ਕੋਈ ਖਾਸ ਲਹਿਰ ਨਹੀਂ ਗੀ ਬਿਲਕੁਲ ਵੀ। ਤੁਹਾਨੂੰ ਸਿਰਫ ਡਰਾਉਣ ਧਮਕਾਉਣ ਦੇ ਨਾਲ। ਔਰ ਮੈਂ ਕੁਝ ਦੇਖਿਆ ਜਿਹੜੇ ਮਾਈਂਡਸੈਟ ਕਈਆਂ ਦਾ ਬਿਲਕੁਲ ਥਰਡ ਰੇਟ ਕਮਿਊਨਲ ਹੁੰਦਾ, ਉਹਦੇ ਸ਼ਿਕਾਰ ਵੀ ਹੋ ਰਹੇ ਨੇ। ਬਹੁਤ ਆਣ ਕੇ ਕਮੈਂਟ ਲਿਖਦੇ ਨੇ ਤੁਹਾਡੇ ਉਲਟ। ਮੈਂ ਕਿਸੇ ਭਾਈਚਾਰਾ ਕਿਸੇ ਧਰਮ ਦੇ ਖਿਲਾਫ ਇੱਕ ਸ਼ਬਦ ਨਹੀਂ ਗਲਤ ਕਹਿੰਦਾ, ਪਰ ਮੈਂ ਇਹ ਕਹਿੰਦਾ ਕਿ ਸਿੱਖ ਦੇਸ਼ ਦੀ ਇੱਕ ਮਾਈਨੋਰਿਟੀ ਹੈ। ਬਾਰਡਰਾਂ ਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ, ਅਨਾਜ ਵਿੱਚ ਸਭ ਤੋਂ ਮੋਹਰੇ ਅੱਗੇ, ਇੰਡੀਆ ਦੀ ਆਜ਼ਾਦੀ ਵਿੱਚ ਸਭ ਤੋਂ ਜ਼ਿਆਦਾ ਰੱਸੇ, ਤੇ ਹਲੇ ਵੀ ਸਿੱਖਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਦੇਣਾ ਪਵੇਗਾ। ਔਰ ਮੈਨੂੰ ਦੁੱਖ ਇਸ ਨਾਲ ਹੋਰ ਗੱਲ ਦਾ ਕਿ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਇਸ ਤੇ ਮੂਕ ਦਰਸ਼ਕ ਹੈ। ਚਲੋ ਝਾੜੂ ਤੋਂ ਤਾਂ ਸਾਨੂੰ ਐਕਸਪੈਕਟੇਸ਼ਨ ਕੋਈ ਨਹੀਂ ਸੀ, ਉਹਨਾਂ ਨੂੰ ਪਤਾ ਵੀ ਨਹੀਂਗਾ, ਉਹਨਾਂ ਨੂੰ ਸਮਝ ਨਹੀਂ ਕਿ ਯੂਆਪਾ ਦਾ ਲਾਅ ਕੀ ਹੈਗਾ ਤੇ ਇਹਦੀ ਇੰਪਲੀਕੇਸ਼ਨਸ ਕੀ ਹੈ, ਜਾਂ ਉਹਨਾਂ ਨੂੰ ਦਿੱਲੀ ਦੇ ਜਿਹੜੇ ਉਹਨਾਂ ਦੇ ਬੌਸਸ ਨੇ ਉਹ ਇੰਨੀ ਅਥਾਰਟੀ ਨਹੀਂ ਦਿੰਦੇ ਕਿ ਤੁਸੀਂ ਖੁੱਲ੍ਹ ਕੇ ਕਿਸੇ ਇਸ਼ੂ ਦੇ ਉੱਤੇ ਬੋਲੋ। ਪਰ ਮੈਂ ਇਹ ਗੱਲਾਂ ਤੁਹਾਡੇ ਨਾਲ ਕਰਨੀਆਂ ਸੀਗੀਆਂ ਔਰ ਮੈਂ ਇਹਦਾ ਡਟ ਕੇ ਵਿਰੋਧ ਕਰਦਾ ਵਾਂ। ਔਰ ਲੋੜ ਪਈ ਹੈ ਇਸ ਨੂੰ ਹਰ ਮੁਮਕਿਨ ਜਿਹੜੇ ਯੂਆਪਾ ਦੇ ਵਿੱਚ ਇਫੈਕਟ ਹੋ ਰਹੇ ਨੇ ਸਭ ਦੀ ਸਪੋਰਟ ਕਰਾਂਗੇ। ਜਿਹੜੇ ਬੇਗੁਨਾਹ ਨੇ, ਹਰ ਕੇਸ ਦਾ ਤੱਥ ਔਨ ਦਾ ਫੇਸ ਆਫ ਇਟ ਪ੍ਰਾਈਮਾ ਫੇਸ਼ਾ ਇਹ ਨਜ਼ਰ ਆ ਜਾਂਦਾ ਕਿ ਕੇਸ ਝੂਠਾ ਵਾ, ਉਹਨਾਂ ਦੀ ਮਦਦ ਵੀ ਕਰਾਂਗੇ, ਉਹਨਾਂ ਨੂੰ ਲੀਗਲ ਹੈਲਪ ਦਿਵਾਉਣ ਦਾ ਉਪਰਾਲਾ ਵੀ ਕਰਾਂਗੇ, ਹਾਈ ਕੋਰਟ ਵਿੱਚ ਵੀ ਮਦਦ ਕਰਾਂਗੇ। ਇਹ ਜਿਹੜਾ ਅੱਜ ਦੋਗਲੀ ਜੀ ਨੀਤੀ ਕਰੀ ਜਾਂਦੇ ਕੈਪਟਨ ਸਾਹਿਬ, ਮਤਲਬ ਉਹਨਾਂ ਦੇ ਦਿੱਲੀ ਦੇ ਸਟੈਂਡ ਹੋ ਰਿਹਾ, ਥੱਲੇ ਕੁਝ ਹੋਰ ਹੀ ਕਰੀ ਜਾਂਦੇ ਨੇ। ਅਕਾਲੀ ਦਲ ਦਿੱਲੀ 'ਚ ਵੋਟਾਂ ਵੀ ਪਾਈ ਜਾਂਦਾ, ਉਹਨਾਂ ਨੂੰ ਪੈਟਰੋਲ ਦੀਆਂ ਕੀਮਤਾਂ ਵੀ ਵਧਾਈ ਜਾਂਦੇ, ਥੱਲੇ ਆਣ ਕੇ ਧਰਨੇ ਵੀ ਮਾਰੀ ਜਾਂਦੇ ਆ। ਤੇ ਸਾਡੇ ਜਿਹੜੇ ਅਸਲ ਮੁੱਦੇ ਨੇ, ਜਿਹੜੇ ਪੱਖ ਦੇ ਮਸਲੇ ਜਿਹਦੇ ਵਿੱਚ ਵਿਕਟਮ ਜਸਟਿਸ ਦੀ ਰਾਹ ਦੇ ਵਿੱਚ ਇੱਕ ਬਹੁਤ ਵੱਡਾ ਇੰਪੈਡੀਮੈਂਟ ਹੈ। ਉਹ ਕੀ ਇੱਕ ਹੋਰ ਕੋਟ ਹੈ ਬੜਾ ਮਸ਼ਹੂਰ, ਇਨਜਸਟਿਸ ਐਨੀਵੇਅਰ ਇਜ਼ ਅ ਥ੍ਰੈਟ ਟੂ ਜਸਟਿਸ ਐਵਰੀਵੇਅਰ। ਸ਼ਾਇਦ ਮਾਰਟਨ ਲੂਥਰ ਕਿੰਗ ਦਾ ਜਾਂ ਕਿਸੇ ਬੜੇ ਵੱਡੇ ਅਮਰੀਕਾ ਦੇ ਹਿਊਮਨ ਰਾਈਟਸ ਐਕਟਿਵਿਸਟ ਵਿਦਵਾਨ ਦਾ ਵਾ, ਇਨਜਸਟਿਸ ਐਨੀਵੇਅਰ ਇਜ਼ ਅ ਥ੍ਰੈਟ ਟੂ ਜਸਟਿਸ ਐਵਰੀਵੇਅਰ। ਜਦੋਂ ਤੁਸੀਂ ਗਲਤ ਆਦਮੀਆਂ ਨੂੰ ਫਰੇਮ ਕਰਦੇ ਹੋ ਉਦੋਂ ਇਹ ਸੁਣਿਆ ਹਾਂ ਤੁਸੀਂ ਸਾਡੇ ਸਮਾਜ ਵਿੱਚ ਰਿਹਾ ਨਾ। ਇੱਕ ਖੂਬਸੋ ਕੈਪਟਨ ਅਮਰਿੰਦਰ ਸਿੰਘ ਔਰ DGP ਜਿਹੜੇ ਪੰਜਾਬ ਦੇ ਦੇਸ਼ ਹੈਵ ਅ ਟੋਟਲ ਕਮੇਟੀ ਬਣਾ ਦੇਣ, ਸਗੋਂ ਜਿਹੜੇ ਯੂਆਪਾ ਕੋਲ ਛੋਟਾ ਮੋਟਾ ਕਾਨੂੰਨ ਨਹੀਂਗਾ। ਔਰ ਮੈਂ ਪਹਿਲਾਂ ਵੀ ਕਿਹਾ ਸੀ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਬਣਿਆ ਹੋਇਆ, ਕਾਂਗਰਸ ਨੇ ਬਣਾਇਆ ਵੈਂਡੇਟਾ ਕਮਿਸ਼ਨ, ਉਹਨਾਂ ਨੂੰ ਹੀ ਦੇ ਦੇਣ ਅਧਿਕਾਰ ਕਿ ਆ ਜਿਹੜੀਆਂ 16 FIRs ਹੋਈਆਂ ਤੁਸੀਂ ਪਲੀਜ਼ ਇਹਦੀ ਇੱਕ ਵਾਰੀ ਅੱਛੀ ਤਰ੍ਹਾਂ ਰਿਵਿਊ ਕਰੋ। ਜਿਹੜੇ ਗੁਨਾਹਗਾਰ ਨੇ ਫੜੋ, ਅੰਦਰ ਦਿਓ ਉਹਨਾਂ ਨੂੰ, ਜਿਹੜਾ ਕੋਈ ਜੈਨੂਅਨਲੀ ਹਥਿਆਰ ਮਿਲਦੇ ਨੇ। ਬੇਗੁਨਾਹ ਲੋਕਾਂ ਦੇ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਨਾ ਕੀਤੀ ਜਾਵੇ। ਇਹੀ ਮੇਰੇ ਅੱਜ ਦੇ ਵਿਚਾਰ ਸੀ। ਉਮੀਦ ਕਰਦਾ ਕਿ ਤੁਹਾਨੂੰ ਠੀਕ ਲੱਗਣਗੇ। ਠੀਕ ਲੱਗੇ ਤਾਂ ਸ਼ੇਅਰ ਕਰਨਾ। ਔਰ ਜਿਹੜੇ ਲੋਕ ਕਮੈਂਟ ਕਰਦੇ ਨੇ, ਬਦਤਮੀਜ਼ੀ ਦਾ ਸਬੂਤ ਦਿੰਦੇ ਨੇ, ਮੈਂ ਡਰਨ ਵਾਲਾ ਨਹੀਂ ਕਿ ਤੁਹਾਨੂੰ ਗਲਤਫਹਿਮੀ ਹੋਵੇ ਕਿ ਤੁਸੀਂ 4 ਸ਼ਬਦ ਲਿਖ ਦਿਓਗੇ। ਜੇ ਕਿਸੇ ਨੇ ਗਾਲੀ ਗਲੋਚ ਕੀਤੀ, ਮੈਂ ਪਹਿਲਾਂ ਵੀ ਵਾਰਨ ਕਰ ਰਿਹਾ, ਅੱਜ ਵੀ ਦੁਬਾਰਾ ਥੋੜਾ ਕਹਿ ਰਿਹਾ, ਆਈ ਵਿਲ ਰਿਪੋਰਟ ਦ ਮੈਟਰ ਫॉर ਕ੍ਰਿਮੀਨਲ ਐਕਸ਼ਨ। ਧਿਆਨ ਨਾਲ ਲਿਖਿਓ, ਅੱਛੇ ਸ਼ਬਦ ਲਿਖੋ, ਅੱਛੇ ਸ਼ਬਦਾਂ ਜਵਾਬ ਵੀ ਅੱਛੇ ਤਰੀਕੇ ਨਾਲ ਦੇ ਦੂੰਗਾ। ਧੰਨਵਾਦ ਸਾਰਿਆਂ ਦਾ, ਸ਼ੁਕਰੀਆ, ਥੈਂਕ ਯੂ।